ਧੰਨ ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੀ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵ, ਬਿਖਮ ਨਦੀ ਜੈ ਤਰਨੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ 10 ਜਾਮਿਆਂ 'ਚ ਵਰਤੀ ਆਤਮਿਕ ਜੋਤ ਦੇ ਮਾਲਕ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਮਿਲ ਜੁੜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤ ਸੰਗਤ ਜੀਓ, ਬਾ ਅਦਬ ਸਤਿਕਾਰ ਦੇ ਨਾਲ ਸਤਿਗੁਰੂ ਅੱਗੇ ਸੀਸ ਨਵਾ ਕੇ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹੁਣੇ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਕੀਰਤਨ ਸਰਵਰ ਕਰ ਰਹੇ ਸੀ। ਰੋਗੀ ਕਾ ਪ੍ਰਭ ਖੰਡੋ ਰੋਗ, ਇਸੇ ਸ਼ਬਦ ਦੀ ਆਪਾਂ ਵਿਚਾਰ ਕਰ ਲਈਏ, ਕਿਉਂਕਿ ਸਾਨੂੰ ਪਤਾ ਤੇ ਲੱਗੇ ਰੋਗ ਕਿਹੜਾ, ਸਾਨੂੰ ਇਹ ਨਹੀਂ ਪਤਾ ਰੋਗ ਕਿਹੜਾ। ਕਿਉਂਕਿ ਰੋਗ ਦੀ ਪਰਿਭਾਸ਼ਾ ਵੀ ਸਤਿਗੁਰੂ ਪਾਤਸ਼ਾਹ ਕੋਲੋਂ ਪੁੱਛੀਏ। ਇਹ ਸ਼ਬਦ ਭੈਰੋ ਰਾਗ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 1140 ਨੰਬਰ ਅੰਕ ਤੇ ਸੁਸ਼ੋਭਤ ਹੈ, ਔਰ ਅਗਲੇ ਅੰਕਾਂ ਵਿੱਚ 3-4 ਅੰਕ ਤੋਂ ਬਾਅਦ ਸ਼ਬਦ ਹੈ ਜੋ ਜੋ ਦੀਸੇ। 1140 'ਚ ਜੋ ਜੋ ਦੀਸੇ ਸੋ ਸੋ ਰੋਗੀ, ਤੇ 1146 ਨੰਬਰ ਅੰਕ ਇਹ ਰੋਗੀ ਕਾ ਪ੍ਰਭ ਖੰਡੋ ਰੋਗ। ਤੇ ਰੋਗ ਪਹਿਲਾਂ ਦੱਸਿਆ ਸਤਿਗੁਰੂ ਇਸੇ ਰਾਗ ਦੇ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਨੇ ਪਹਿਲਾਂ ਦੱਸਤਾ ਅਸਲ ਰੋਗ ਕਿਹੜਾ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਪਹਿਲਾ ਰੋਗ ਜਿਹੜਾ ਮਨੁੱਖ ਨੂੰ ਮਿਲਿਆ ਹੈ ਸਭ ਤੋਂ ਭਿਅੰਕਰ ਰੋਗ ਹੈ। ਉਹ ਰੋਗ ਹੈ ਹਉਮੈ ਰੋਗ। ਇਸ ਹਉਮੈ ਰੋਗ ਦੇ ਕਾਰਨ ਮਨੁੱਖ ਨੇ ਬਹੁਤ ਸਾਰੇ ਰੋਗ ਇਕੱਠੇ ਕੀਤੇ ਨੇ। ਹੰਕਾਰ ਦੇ ਰੋਗ ਨੇ ਸਾਡੇ ਅੱਗੇ ਉਹ ਅਵਸਥਾ ਬਣਾ ਦਿੱਤੀ ਹੈ ਕਿ ਅਸੀਂ ਜੀਵਨ ਦੀ ਪਰਿਭਾਸ਼ਾ, ਜੀਣ ਦੇ ਢੰਗ ਨੂੰ ਭੁੱਲ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਨੂੰ ਇਹ ਪਰਿਭਾਸ਼ਾ ਦਿੱਤੀ ਹੈ। ਅੱਜ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ। ਅਸੀਂ ਆਲੇ ਦੁਆਲੇ ਝਾਤ ਮਾਰ ਲਈਏ ਕਿ ਕਿੰਨੋਂ ਕੁ ਹਾਂ, ਸਾਡੇ ਅੰਦਰ ਕਿਤਨਾ ਉਮੰਗ ਹੈ, ਕਿਤਨਾ ਉਤਸ਼ਾਹ ਹੈ। ਜਿਹੜਾ ਅਸੀਂ ਬੱਚਾ ਘਰ ਵਿੱਚ ਜਨਮ ਲੈਂਦਾ ਉਸ ਦੇ ਲਈ ਕੀ ਪ੍ਰਬੰਧ ਕਰਦੇ ਹਾਂ, ਤੇ ਸਤਿਗੁਰੂ ਦੇ ਪ੍ਰਕਾਸ਼ ਦਿਹਾੜੇ 'ਚ ਅਸੀਂ ਕਿਸ ਤਰ੍ਹਾਂ ਦੀ ਸੋਚ ਹੈ। ਅਸੀਂ ਸਤਿਗੁਰੂ ਕੋਲ ਸਿੱਖਣਾ ਸੀ, ਸਤਿਗੁਰੂ ਕੋਲ ਬੈਠਣਾ ਸੀ, ਸਤਸੰਗਤ ਕਰਨੀ ਸੀ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਗੁਰਦੁਆਰੇ ਹੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ ਪਾਂਡਾ ਹੱਛਾ ਹੋਈ ਸੀ। ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਕਿ ਸਿੱਖ ਪਰੇਡ ਦੇ ਅੰਦਰ ਮੈਂ ਨਿਊਯਾਰਕ ਦੇ ਵਿੱਚ ਸਿੱਖਾਂ ਦੇ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਦੇ ਪ੍ਰਬੰਧ ਹੇਠ ਮਨਹਟਨ ਵਿੱਚ ਪਰੇਡ ਕੱਢੀ ਗਈ। ਤੇ ਦੂਸਰੇ ਦਿਨ ਜਦ ਉਹਨਾਂ ਦੇ ਵੱਡੇ ਅਫਸਰ ਆਏ ਤੇ ਉਹਨਾਂ ਨੇ ਇੱਕ ਗਿਲਾ ਕੀਤਾ ਸਿੱਖਾਂ ਨਾਲ, ਕਿਉਂਕਿ ਹੁਣੇ ਭਾਈ ਸਾਹਿਬ ਨੇ ਨਗਰ ਕੀਰਤਨ ਦੀ ਗੱਲ, ਭਾਵ ਸਿੱਖ ਪਰੇਡ ਦੀ ਗੱਲ ਕੀਤੀ ਹੈ। ਕਹਿੰਦੇ ਤੁਹਾਡੇ ਬੰਦੇ ਜਿਹੜੇ ਨੇ ਸਾਈਡਾਂ ਤੇ ਖੜੇ ਹੋ ਕੇ ਤਮਾਸ਼ਬੀਨ ਕਿਉਂ ਬਣੇ ਹੁੰਦੇ ਨੇ, ਉਸ ਸਿੱਖ ਪਰੇਡ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੁੰਦੇ। ਸੋ ਆਪ ਜੀ ਧਿਆਨ ਰੱਖਣਾ, ਪ੍ਰਬੰਧਕ ਵੀਰ ਧਿਆਨ ਰੱਖਣ। ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾ ਸਨਮਾਨ ਔਰ ਖੂਬਸੂਰਤ ਤਰੀਕੇ ਨਾਲ ਬਾ ਅਦਬ ਦੇ ਨਾਲ ਚੱਲਣਾ।
तद किसी ਨੂੰ ਅਸੀਂ ਮੈਸੇਜ ਦੇ ਪਾਵਾਂਗੇ ਜੇ ਅਸੀਂ ਸਾਈਡਾਂ 'ਚ ਖੜੇ ਹੋ ਕੇ खुद ही बनाया खुद ही खा लिया, फिर नहीं गल बननी। सो बेनती मेरी प्रवान करना, गुरबाणी दी रहाओ दा बंद की कहता है, क्योंकि असी भटकते हैं। सवेरे भी किया बाणी दे उन्हां तुकां नूं पढ़ के, जिन्हां तुकां च कुछ सानू अपना निजी फायदा दिखता है, शरीरक फायदा दिखता है। सतगुरु जी साडा आत्मक फायदा कराना चाहते हैं, रूहानीयत का फायदा कराना चाहते हैं। सतगुरु जी कहते हैं जीवन की सफलता किस दे विच है? सफल सेवा गोपाल राय, सफल सेवा गोपाल राय। असल सेवा की है मैं पहले आप जी नूं दस्या सी, फिर तो रिपीट कर रहा। गुरबाणी नूं पढ़ना, गुरबाणी का अध्ययन करना, गुरबाणी नूं विचार के जीवन विच ढालना, गुरबाणी दे उपर तुरना सब तो वड्डा तप है। संसार दे तप हो सकते हैं, कोई भट्ठी च बैठ के तप कर रहा है, कोई जंगल च बैठ के तप कर रहा है, कोई रेगिस्तान च बैठ के तप कर रहा है, कोई बर्फ ते बैठ के तप कर रहा है, कोई एक पैर ते खड़ा होकर तप कर रहा है। लेकिन गुरु नानक दा तप जिहड़ा है गुरबाणी ते चल के अपने जीवन नूं संसारी तो निरंकारी बनाना। शायद गल समझ आ गई हो, पकड़ी च आ गई हो। सतगुरु जी कहते हैं सफल सेवा गोपाल राय। गोपाल दी राय ते तुरना, रब दी राय ते तुरना असल सफल सेवा है। फल प्राप्त तद होंगे। और गोपाल रब धरती दे आसरे, रब दी राय गुरबाणी विच है। और गुरबाणी की कह रही है? करन करावन हार स्वामी, ताते बिरथा कोई न जाए। वो सतगुरु जी सारे क्रिएटर है, पूरी धरती का, सारे ब्रह्मंड का, सारिया गलैक्सियां का, संपूर्ण गलैक्सियां का मालक है। उसनूं बना के उस दे विच बैठा साडे हर एक सुख दुख नूं जानदा है। जे असी अरदास विच ये पढ़ते हाँ तो आगे अरदास हमारी जियो पिंड सब तेरा, कहो नानक सब तेरी वड्याई, कोई नाओ ना जाने मेरा, फिर भी असी नाम पढ़ा रहे हैं। इसदा मतलब भरोसा नहीं है। जिन्होंने गोलक पैसे पाए ने उन्होंने रब जी जानते हैं, उन्होंने नाम नहीं अपना चितारिया। जिन्होंने स्पैशल पैसे दिते ने वो अरदास करा के अपना नाम चितार रहे। हौमे रोग मानुक को दीना, सब तो भयंकर पंजां विचों रोग है। ये चारां दा बाप है। मैं आप जी नूं पहले बेनती की है। काम क्रोध लोभ मोह दा बाप है अहंकार। हंकार तो सुंदरता दा हौमे पैदा होती है और वासनावां, काम वासनावां जागदियां। मैं बहुत जवान हाँ, मैं बहुत खूबसूरत हाँ, औरत या मर्द दोनों के पासे। गुरबाणी इक्वल है औरत ते मर्द वास्ते, क्योंकि सारी असी नारा हाँ। सगल इस ब्रह्मण की इको एक पुरख है, बाकी सगलियां नारा। ये मैं नहीं जी कह रहा, सतगुरु जी कह रहे हैं। आप जी सतगुरु को पूछ सकते हो। ते साडे अंदर गुरु नानक साहब बाणी राही एक गल पक्की कमिटमेंट कराने ने कि सानू पहला ये भरोसा होवे, करन करावन हार स्वामी। एक होर असीं गलती करते हैं, जाने या अनजाने तो दे आगे अरदास हमारी जियो पिंड सब तेरा वाहिगुरू बोल देने। जे वाहिगुरू असी लगा के सियाणे बन गए, दा मतलब गुरु महाराज ने गलती की है। किते असी ऐसिया भुलां कर जाने जिहड़ियां भुलां गुरबाणी नूं नहीं मुनाफिक, नहीं ठीक लगदियां। मैं नहीं कह रहा वाहिगुरू बोलना कोई गलत है, मैं ये कह रहा कि उत्थे कमिटमेंट कुछ होर है। ਇਹਦਾ मतलब ਅਸੀਂ ਵਾਹਿਗੁਰੂ ਨੂੰ ਕਿਹਾ ਤੁਸੀਂ ਅਰਦਾਸ ਜਿਹੜੀ ਹੈ ਆਪ ਹੀ ਕਰ ਲਓ ਤੇ ਆਪ ਹੀ ਪ੍ਰਵਾਨ ਕਰ ਲਓ। ਸੋਧ के अपने आप बाणी असी बाणी पढ़ीए गलत पढ़ीए तुसी सोध के ठीक कर लो, मैं नहीं ठीक करनी।
ਸਾਨੂੰ ਅਰਦਾਸ ਵਿੱਚ ਵੀ ਕਰਨ ਲੱਗਿਆ ਬਹੁਤ ਸਾਰੀਆਂ ਗਲਤੀਆਂ ਕਰ ਜਾਂਦੇ ਆ, ਅਣਜਾਣੇ ਵਿੱਚ। ਮਹਾਰਾਜ ਸੋਧ ਕੇ ਤੁਸੀਂ ਬਾਣੀ ਆਪ ਹੀ ਆਪਣੇ ਦਰ ਪ੍ਰਵਾਨ ਕਰ ਲਓ। ਇਸ ਦਾ ਮਤਲਬ ਅਸੀਂ ਹੁਕਮ ਕਰ ਰਹੇ ਹਾਂ ਰੱਬ ਨੂੰ, ਅਸੀਂ ਜੋਦੜੀ ਕਰਤਾ ਹਾਂ, ਅਸੀਂ ਬੇਨਤੀ ਕਰਤਾ ਹਾਂ, ਅਸੀਂ ਵਿਕਟਮ ਹਾਂ, ਅਸੀਂ ਦੁਖੀ ਹਾਂ। ਸਾਡੇ ਅੰਦਰ ਦੁੱਖ ਜਿਹੜਾ ਹੈ ਉਸ ਦੀ ਸਮਝ ਚਾਹੀਦੀ ਹੈ। ਸਤਿਗੁਰੂ ਪੰਚਮ ਪਾਤਸ਼ਾਹ ਭੈਰੋ ਰਾਗ ਵਿੱਚ ਹੀ ਸਾਨੂੰ ਦੱਸ ਰਹੇ ਨੇ, ਹਉਮੈ ਰੋਗ ਮਾਨੁਖ ਕੋ ਦੀਨਾ, ਸਭ ਤੋਂ ਵੱਡਾ ਰੋਗ ਹੈ। ਬਾਰ-ਬਾਰ ਗਿਆ ਬਾਣੀ ਦੇ ਅੰਦਰ, ਹਉਮੈ ਦਿਰਗ ਰੋਗ ਹੈ ਦਾਰੂ ਪੀ ਇਸ ਮਾਏ। ਇਹ ਨਹੀਂ, ਇਹਦਾ ਇਲਾਜ ਨਹੀਂ ਹੈ। ਔਰ ਇਹ ਵੀ ਨਹੀਂ ਹੈ ਕਿ ਹਉਮੈ 'ਚ ਇਹਦਾ ਇਲਾਜ ਹੈ। ਇਹਦਾ ਇਲਾਜ ਮੇਰੇ ਸਤਿਗੁਰੂ ਦੇ ਪਾਸ ਹੈ। ਮੇਰਾ ਸਤਿਗੁਰੂ ਸਾਡੇ ਇਸ ਰੋਗ ਨੂੰ ਦੂਰ ਕਰਦਾ ਹੈ। ਨਹੀਂ ਤੇ ਹਰ ਜੀਵ ਨੂੰ ਰੋਗ ਹੈ। ਹਾਥੀ ਨੂੰ ਕਾਮ ਦਾ ਰੋਗ ਹੈ, ਪਤੰਗੇ ਨੂੰ ਰੋਸ਼ਨੀ ਦਾ ਅੱਖਾਂ ਦਾ ਰੋਗ ਹੈ, ਹਿਰਨ ਨੂੰ ਕੰਨਾਂ ਦਾ ਰੋਗ ਹੈ। ਇਸ ਕਰਕੇ ਉਹ ਮੌਤ ਸੇੜ ਲੈਂਦਾ ਹੈ। ਬਾਂਦਰ ਨੂੰ ਲੋਭ ਦਾ ਰੋਗ ਹੈ, ਮਰਕਟ ਮੁਸ਼ਟ ਅਨਾਜ ਕੀ ਮਨ ਬੌਰਾ ਰੇ ਲੀਨੀ ਹੱਥ ਪਸਾਰ। ਮਦਾਰੀ ਨੇ ਬੰਦਰ ਫੜਨਾ ਹੈ ਤੇ ਉਹਨੂੰ ਦਿਖਾ ਕੇ ਕੁੱਜੇ ਵਿੱਚ ਛੋਲੇ ਪਾਦਨੇ ਨੇ, ਉਹਦਾ ਮੂੰਹ ਛੋਟਾ ਰੱਖਣਾ। ਹੁਣ ਉਹਨੇ ਮੁੱਠੀ ਪੜਨੀ ਹੈ, ਛੋਲੇ ਛੱਡਣੇ ਨਹੀਂ ਹੈ, ਲੇਕਿਨ ਉਹਨੇ ਪਕੜੇ ਜਾਣਾ ਹੈ। ਮਨੁੱਖ ਨੇ ਹਉਮੈ ਨਹੀਂ ਛੱਡਣੀ ਤੇ ਉਸ ਜਾਲ ਦੇ ਵਿੱਚ ਜਿਸ ਨੂੰ ਮਾਇਆ ਕਹਿੰਦਾ ਤੇ ਉਸ ਮਾਇਆ ਦੇ ਵਿੱਚ ਫਸ ਜਾਣਾ। ਔਰ ਦੋਸ਼ ਮੜ ਦੇਣਾ ਹੈ ਗੁਰੂ ਤੇ, ਦੋਸ਼ ਮੜ ਦੇਣਾ ਅਕਾਲ ਪੁਰਖ ਤੇ। ਆਪ ਨਹੀਂ ਉਸ ਦੀ ਯਤਨ ਕਰਨਾ ਕਿ ਮੈਂ ਇਸ ਤੋਂ ਬਚਣਾ। ਮੈਨੂੰ ਜੋ ਗੁਰੂ ਨੇ ਕਿਹਾ ਮੈਂ ਉਸ ਤੇ ਚੱਲ ਕੇ ਆਪਣੇ ਆਪ ਦੀ ਸੇਫਟੀ ਕਵਚ ਪਾਣਾ ਗੁਰਬਾਣੀ ਦਾ। ਅਸੀਂ ਉਸ ਦੇ ਵਿੱਚ ਜਿਉਂ-ਜਿਉਂ ਜਿਸ ਤਰ੍ਹਾਂ ਗਿੱਲੇ ਗੁੜ ਦੇ ਉੱਪਰ ਮੱਖੀ ਬੈਠਦੀ ਹੈ ਤੇ ਉਹ ਗੁੜ ਦਾ ਆਨੰਦ ਵਿੱਚ ਫਸ ਕੇ ਪੈਰ ਮਾਰਦੀ ਮਾਰਦੀ ਆਪਣੀ ਮੌਤ ਸੇੜ ਲੈਂਦੀ ਹੈ। ਜੇ ਉਹੀ ਮੱਖੀ ਸੁੱਕੇ ਗੁੜ ਤੇ ਬੈਠੇ ਤੇ ਉਹ ਉਸ ਦਾ ਆਨੰਦ ਵੀ ਲੈ ਜਾਂਦੀ ਹੈ ਤੇ ਉੱਡ ਵੀ ਜਾਂਦੀ ਹੈ। ਇਹਦੇ ਪ੍ਰਮਾਣ ਸਤਿਗੁਰ ਨੇ ਬਾਣੀ 'ਚ ਬੜੇ ਖੂਬਸੂਰਤ ਤਰੀਕੇ ਨਾਲ ਦਿੱਤੇ ਹੋਏ ਨੇ। ਮੈਂ ਬਹੁਤੇ ਲੰਬੇ ਉਸ ਦੇ ਵਿੱਚ ਨਾ ਜਾਵਾਂ। ਤੇ ਸਤਿਗੁਰ ਜੀ ਇਸ ਬਾਣੀ ਦੇ ਅੰਦਰ ਜਿਹੜਾ ਅਸੀਂ ਅਸਥਾਈ ਲੈ ਲੈਂਦੇ ਆ ਨਾ, ਰੋਗੀ ਕਾ ਪ੍ਰਭ ਖੰਡੋ ਰੋਗ, ਉੱਥੇ ਅਸਥਾਈ ਲੈ ਜਾਂਦੇ ਆ ਸਰੀਰਕ ਰੋਗਾਂ ਦੇ ਉੱਪਰ ਪਕੜ ਨੂੰ ਲੈ ਕੇ। ਸਰੀਰਕ ਰੋਗ ਸਾਡੀ ਕਰਨੀ ਦਾ ਨਤੀਜਾ ਹੈ। ਹੁਣ ਸਤਿਗੁਰੂ ਕੋਲ ਪੁੱਛੋ ਕਿਸ ਤਰ੍ਹਾਂ ਕਰਨੀ ਦਾ ਨਤੀਜਾ। ਸਤਿਗੁਰੂ ਜੀ ਦੱਦਾ ਦੋਸ਼ ਨ ਦੇਊ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੇਊ ਅਵਰਜਨ ਹੈ। ਸਤਿਗੁਰ ਨੇ ਸਪਸ਼ਟ ਕਿਹਾ ਮੇਰਾ ਨਹੀਂ ਕਸੂਰ, ਮੈਂ ਤੇ ਤੇਰੇ ਜੀਵਨ ਦੇ ਸੋਹਣੇ ਪ੍ਰਬੰਧ ਕੀਤੇ ਨੇ ਅਕਾਲ ਪੁਰਖ ਜੀ। ਤੈਨੂੰ ਪਰਿਵਾਰ ਦਿੱਤਾ, ਤੈਨੂੰ ਧੀਆਂ ਪੁੱਤਰ ਦਿੱਤੇ, ਇਹਨਾਂ ਵਿੱਚ ਆਨੰਦ ਉਸ ਤਰੀਕੇ ਨਾਲ ਲੈਣਾ ਸੀ। ਉਸ ਭੌਰੇ ਉਹ ਭੌਰਾ ਬਣਨਾ ਸੀ ਜਿਸ ਭੌਰੇ ਨੇ ਕਮਲ ਦੇ ਫੁੱਲ ਦਾ ਰਸ ਲੈਣਾ ਸੀ, ਨਾ ਕਿ ਸੰਧਿਆ ਤੱਕ ਉੱਥੇ ਬੈਠੇ ਰਹਿਣਾ, ਮੌਤ ਸੇੜ ਲੈਣੀ। ਕਮਲ ਦਾ ਫੁੱਲ ਕਹਿੰਦੇ ਨੇ ਸੰਧਿਆ ਤੋਂ ਬਾਅਦ ਥੋੜਾ ਸਿੰਗੜ ਜਾਂਦਾ ਤੇ ਫਿਰ ਭੌਰਾ ਉਸ ਦੇ ਵਿੱਚ ਫਸ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹਨਾਂ ਪਦਾਰਥਾਂ ਵਿੱਚ ਮਟੀਰੀਅਲਿਸਟਿਕ ਹੋਣ ਕਰਕੇ, ਪਦਾਰਥਵਾਦੀ ਹੋਣ ਕਰਕੇ ਅਸੀਂ ਉਸ ਦੇ ਵਿੱਚ ਫਸੇ ਹੋਏ ਹਾਂ। ਨਹੀਂ ਤੇ ਸਤਿਗੁਰ ਨੇ ਬੜਾ ਅਮੀਰ ਕੀਤਾ ਹੈ ਸਾਨੂੰ, ਅਸੀਂ ਅਮੀਰ ਪਿਓ ਦੇ ਪੁੱਤਰ ਹਾਂ। ਆਪ ਜੀ ਦੇਖੋ ਲੱਖੀ ਸ਼ਾਹ ਬੰਜਾਰਾ ਜੀ 3.5 ਲੱਖ ਗੱਡੇ ਦੇ ਮਾਲਕ ਨੇ, ਫਿਰ ਵੀ ਆਪਣੇ 8 ਪੁੱਤਰ ਸ਼ਹੀਦ ਕਰਾ ਦਿੰਦੇ ਨੇ, 17 ਪੋਤਰੇ ਸ਼ਹੀਦ ਕਰਾ ਦਿੰਦੇ ਨੇ, 27 ਪੜਪੋਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਜੱਸਾ ਸਿੰਘ ਆਲੂਵਾਲੀਆ ਤੱਕ ਉਹਨਾਂ ਦਾ ਪੂਰਾ ਖਾਨਦਾਨ ਸ਼ਹੀਦ ਹੋ ਜਾਂਦਾ। ਸਾਡੀ ਕੋਲ ਇੱਕ ਦੁਕਾਨ ਨਹੀਂ ਛੱਡੀ ਜਾ ਰਹੀ ਸਤਸੰਗ ਵਾਸਤੇ। ਉਹ ਸੰਸਾਰ ਦੇ ਉਸ ਟਾਈਮ ਦੇ ਸਭ ਤੋਂ ਮਿਡਲ ਈਸਟ ਦੇ ਵਿੱਚ ਸਭ ਤੋਂ ਅਮੀਰ ਬੰਦੇ ਸਨ। ਔਰ ਜਿਸ ਜਗ੍ਹਾ ਉਹਨਾਂ ਦਾ ਟਾਂਡਾ ਲੱਗਦਾ ਸੀ ਉੱਥੇ ਖੂਹ ਹੁੰਦਾ ਸੀ। ਇਸੇ ਤਰ੍ਹਾਂ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਨੂੰ ਸਿਰਫ ਗੁਰੂ ਲਾਧੋਰੇ ਤੱਕ ਹੀ ਅਸੀਂ ਸੀਮਤ ਰੱਖਿਆ,
ਉਹਨਾਂ ਦੇ ਇਤਿਹਾਸ ਦੀ ਵਾਚਨਾ ਕਰੋ। ਅਫਰੀਕਨ ਕੰਟਰੀ ਦੇ ਪ੍ਰਚਾਰਕ, ਲੂਣ ਦੇ ਵਪਾਰੀ, ਬਾਰੂਦ ਦੀ ਜਿਹੜਾ ਲੂਣ ਉਸ ਟਾਈਮ ਹਥਿਆਰ ਜਿਹੜੇ ਸਪਲਾਈ ਸੀ ਸਾਰੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਸਿਕਲੀਗੜ੍ਹ ਵੀਰਾਂ ਤੋਂ ਲੈ ਕੇ ਕਰਦੇ ਸਨ। ਵਪਾਰ ਦਾ ਬਹੁਤ ਖੂਬਸੂਰਤ ਢੰਗ ਬਣਾਇਆ ਸੀ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ। ਸਿੱਖਾਂ ਨੇ ਇੱਕ ਐਸਾ ਸੁੰਦਰ ਖੂਬਸੂਰਤ ਤਰੀਕਾ ਬਣਾਇਆ ਸੀ ਜਿਹਦੇ 'ਚ ਹਰ ਸਿੱਖ ਨੂੰ ਨੌਕਰੀ ਸੀ, ਹਰ ਸਿੱਖ ਨੂੰ ਕੰਮ ਸੀ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦਾ ਸਿਧਾਂਤ ਸੀ। ਜਿਹੜਾ ਸਿੱਖ ਸਤਸੰਗਤ ਕਰਦਾ ਸੀ ਉਸ ਦੇ ਉੱਪਰ ਪੂਰੀ ਸਿੱਖਾਂ ਦੀ ਪੂਰੀ ਜਮਾਤ ਦੀ ਨਿਗਾਹ ਰਹਿੰਦੀ ਸੀ। ਆਪ ਜੀ ਹੁਣੇ ਗੁਜਰਾਤ ਦੇ ਅੰਦਰ ਜੈਨੀ ਵੀਰਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਹੈ। ਆਪ ਤਕਰੀਬਨ 10 ਦਿਨ 12 ਦਿਨ ਪਹਿਲਾਂ ਮੇਰੇ ਕੋਲ ਹੁਣੇ ਰਿਪੋਰਟ ਆਈ ਹੈ ਕੱਲ ਦੇ ਦਿਨ। ਉਹਨਾਂ ਵੀਰਾਂ ਨੇ ਇੱਕ ਫੈਸਲਾ ਲਿਆ ਕਿ ਸਾਡੀ ਕੌਮ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਉਹਨਾਂ ਇੱਕ ਫੈਸਲਾ ਲਿਆ, ਕਦੀ ਸਿੱਖਾਂ ਨੇ ਇਸ ਬਾਰੇ ਨਹੀਂ ਸੋਚਿਆ ਹੋਣਾ। ਮੈਂ ਸਾਰਿਆਂ ਨੂੰ ਆਹਵਾਨ ਕਰਦਾ ਇਸ ਤੇ ਧਿਆਨ ਕਰਨਾ। ਉਹਨਾਂ ਨੇ ਇੱਕ ਫੈਸਲਾ ਲਿਆ ਕਿ ਜਿਹੜਾ ਜੈਨੀ ਪਰਿਵਾਰ ਨਵਾਂ ਵਿਆਹਿਆ ਜੋੜਾ ਇੱਕ ਬੱਚਾ ਕਰੇਗਾ ਤੇ ਉਸ ਦੀ ਪਾਲਣਾ ਉਹ ਕਰੇਗਾ। ਜੇ ਉਹ 3 ਬੱਚੇ ਕਰੇਗਾ ਤੇ 2 ਬੱਚੇ ਜੈਨ ਕੌਮ ਸੰਭਾਲੇਗੀ। ਉਹਨਾਂ ਨੂੰ 10 ਲੱਖ ਦੀ FD ਦੇਗੀ, ਇੱਕ ਬੱਚੇ ਦੇ ਜਨਮ ਦੇ ਨਾਲ ਹੀ FD ਦੇ ਦੇਗੀ, ਉਹਦਾ ਗੁਜ਼ਾਰਾ ਕਰੇ। ਔਰ ਉਸ ਦੇ ਸਾਰੇ ਖਰਚੇ ਜਿਹੜੇ ਨੇ ਜੈਨ ਬਰਾਦਰੀ ਕਰੇਗੀ। ਇੱਕ ਕਮੇਟੀ ਕਾਇਮ ਕੀਤੀ ਹੈ 150 ਬੰਦਿਆਂ ਦੀ। ਔਰ ਫਿਰ ਉਸ ਤੋਂ ਬਾਅਦ ਇਹ ਧਿਆਨ ਰੱਖੇਗੀ ਕਿ ਉਹ ਜੈਨ ਧਰਮ ਦੇ ਵਿੱਚ ਚੱਲ ਰਿਹਾ ਨਹੀਂ ਚੱਲ ਰਿਹਾ। ਮੈਂ ਸਵੇਰੇ ਵੀ ਵਿਚਾਰ ਦਿੱਤੀ ਸੀ ਕਿ ਦੇਖੋ ਸਾਡਾ ਧਿਆਨ ਯੂਕਰੇਨ ਵਿੱਚ ਹੋਣਾ ਚਾਹੀਦਾ, ਮੈਂ ਨਹੀਂ ਮਨਾ ਕਰ ਰਿਹਾ। ਅਸੀਂ ਸੁਸਾਇਟੀਆਂ ਬਣਾਤੀਆਂ, ਜਾਂ ਸੀਰੀਆ 'ਚ ਵੜ ਗਏ, ਜਾਂ ਕਰੋ, ਤੁਸੀਂ ਸਭ ਕੁਝ ਕਰੋ। ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਰੋਕਣ ਲਈ ਨਹੀਂ ਕਿਹਾ, ਲੇਕਿਨ ਉਸ ਦਾ ਅੱਧਾ ਪਾਰਟ ਉਹਨਾਂ ਵੀਰਾਂ ਵੱਲ ਜਾਓ ਜਿਹੜੇ ਰਮਦਾਸੀਏ ਪਰਿਵਾਰ ਨੇ ਪੰਜਾਬ ਵਿੱਚ, ਜਿਹੜੇ ਕਬੀਰ ਪੰਥੀ ਨੇ, ਸਤਨਾਮੀ ਪਰਿਵਾਰ ਨੇ, ਜਿਹੜੇ ਰਾਮਦਾਸੀਏ ਪਰਿਵਾਰ ਨੇ। ਉਹਨਾਂ ਦੇ ਬੱਚੇ ਅੱਜ ਨਹੀਂ ਪੜ੍ਹ ਪਾ ਰਹੇ। ਉਹਨਾਂ ਨੂੰ ਜਾਤ ਦੇ ਅਹੰਕਾਰੀ ਲੋਕ ਜਿਹੜੇ ਜੱਟ ਤੇ ਭਾਪੇ ਤੇ ਇਹਨਾਂ ਵੱਡੀਆਂ ਆਪਣੇ ਆਪ ਨੂੰ ਕਹਿਣ ਵਾਲੀਆਂ ਬਰਾਦਰੀਆਂ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਬੱਚਿਆਂ ਨਾਲ ਨਹੀਂ ਬੈਠਣ ਦੇ ਰਹੇ। ਇਹਨਾਂ ਲੋਕਾਂ ਦੇ ਵਿੱਚ ਪਰਿਵਾਰਾਂ 'ਚ ਜਾ ਕੇ ਮੈਂ ਦੇਖ ਰਿਹਾ, ਮੈਂ ਪ੍ਰੈਕਟੀਕਲ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਰਿਹਾ। ਕਥਾ ਦੀ ਕੋਈ ਵੀ ਚੀਜ਼ ਮੈਂ ਹਵਾਈ ਨਹੀਂ ਗੱਲ ਕਰਦਾ। ਮੈਨੂੰ ਜੋ ਸਤਿਗੁਰੂ ਜੀ ਪ੍ਰੈਕਟੀਕਲ ਰੂਹਾਨੀਅਤ ਦਿੰਦੇ ਨੇ, ਜੋ ਪ੍ਰੈਕਟੀਕਲ ਜੀਵਨ ਦੀ ਪਰਿਭਾਸ਼ਾ ਦਿੰਦੇ ਨੇ, ਤਰਸ ਕਰੋ ਆਪਣੇ ਆਪ ਤੇ। ਸਤਿਗੁਰੂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ। ਭਾਈ ਜੇਤਾ ਜੀ ਰੰਗਰੇਟੇ ਗੁਰੂ ਕੇ ਬੇਟੇ, ਉਹਨਾਂ ਲੋਕਾਂ ਨੇ ਗੁਰੂ ਨਾਲ ਸਹਿਯੋਗ ਕੀਤਾ ਹੈ ਜਦ ਸਾਡੇ ਲੋਕ ਭੱਜ ਗਏ ਸਨ। ਤੇ ਗੁਰਬਾਣੀ ਨੂੰ ਕਿਸ ਤਰ੍ਹਾਂ ਵਰਤਦੇ ਆ, ਸਤਿਗੁਰੂ ਨੇ ਕਿਸ ਤਰ੍ਹਾਂ ਨਿਰਧਨ ਕਿਸ ਨੂੰ ਕਿਹਾ? ਸਤਿਗੁਰੂ ਨਿਰਧਨ ਕਹਿੰਦੇ ਨੇ ਜਿਹਦੇ ਕੋਲ ਨਾਮ ਨਹੀਂ ਹੈ, ਜਿਹਦੇ ਕੋਲ ਗੁਰੂ ਦੇ ਗੁਣ ਨਹੀਂ ਨੇ, ਜਿਹੜਾ ਗੁਰਬਾਣੀ ਦੇ ਉੱਪਰ ਨਹੀਂ ਚੱਲਦਾ, ਉਹ ਨਿਰਧਨ ਹੈ। ਨਿਰਧਨ ਉਹ ਨਹੀਂ ਹੈ ਜਿਹਦੇ ਕੋਲ ਧਨ ਪੈਸਾ ਨਹੀਂ ਹੈ। ਭਗਤ ਰਵਿਦਾਸ ਜੀ ਕੋਲ ਬਹੁਤ ਪੈਸਾ ਨਹੀਂ ਹੈ, ਮਹਿਲ ਨਹੀਂ ਨੇ, ਜੁੱਤੀਆਂ ਗੰਢ ਰਹੇ ਨੇ, ਲੇਕਿਨ ਧਨਵਾਨ ਨੇ, ਰਾਜੇ ਵੀ ਆ ਰਹੇ ਨੇ। ਕਬੀਰ ਜੀ ਕੋਲ ਜੁਲਾਹੇ ਨੇ, ਕੋਈ ਪੈਸਾ ਨਹੀਂ ਹੈ। ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਨਾ ਉਹ ਛੀਂਬੇ ਰਹੇ, ਨਾ ਉਹ ਜੱਟ ਰਹੇ, ਨਾ ਉਹ ਰਵਿਦਾਸੀਏ ਰਹੇ, ਨਾ ਉਹ ਜੁਲਾਹੇ ਰਹੇ। ਉਹ ਹੁਣ ਨਿਰੰਕਾਰੀ ਨੇ। ਅਸੀਂ ਨਿਰੰਕਾਰੀ ਬਣਨ ਤੋਂ ਬਾਅਦ ਹੀ ਕੋਈ ਫੈਸਲਾ ਕੌਮ ਦਾ ਸਹੀ ਲੈ ਪਾਵਾਂਗੇ। ਮੈਂ ਤੁਹਾਨੂੰ ਪਹਿਲੇ ਵੀ ਬੇਨਤੀ ਕੀਤੀ ਸੀ, ਟੁੰਕਤ ਮਾਤਰ ਮੈਂ ਬੇਨਤੀਆਂ ਕਰਦਾ ਕਿ ਮੈਂ ਆਪਣੇ ਜੀਵਨ ਦਾ ਫੋਕਸ ਰੱਖਿਆ। ਉਹਨਾਂ ਬਰਾਦਰੀਆਂ 'ਚੋਂ ਬੱਚੇ ਲੈ ਕੇ 50-50 ਉਹਨਾਂ ਦੀਆਂ ਬਰਾਦਰੀਆਂ ਦੇ ਬੱਚਿਆਂ ਨੂੰ ਕਥਾ ਦੇ ਪੈਸੇ ਰਾਹੀਂ ਪੜ੍ਹਾ ਕੇ ਚੰਗੀਆਂ ਜੌਬਾਂ ਤੇ ਲਗਾ ਕੇ ਫਿਰ ਉਹਨਾਂ ਨੂੰ ਉਹਨਾਂ ਦੇ ਪਿੰਡਾਂ 'ਚ ਪ੍ਰਚਾਰਕ ਲਾਣਾ। ਮੈਂ ਪਹਿਲੇ ਵੀ ਕਿਹਾ, ਕਿਸੇ ਨੇ ਨਹੀਂ ਪੁੱਛਿਆ ਆ ਕੇ ਕੀ ਕਰਦੇ ਹੋ ਭਾਈ ਸਾਹਿਬ। ਅਸੀਂ $1 ਤੋਂ ਉੱਪਰ ਨਹੀਂ ਵਧੇ ਹਾਂ। ਗੁਰਬਾਣੀ ਦਾ ਸਤਿਕਾਰ $1 ਤੋਂ ਉੱਪਰ ਨਹੀਂ ਕਰ ਪਾ ਰਹੇ ਹਾਂ। ਬਹੁਤ ਸਾਰੇ ਬਹੁਤ ਜ਼ਿਆਦਾ ਕਰਦੇ ਨੇ, ਵਧੀਆ, ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ, ਲੇਕਿਨ ਜਿਹੜੇ ਜ਼ਿਆਦਾ ਨੁਕਸ ਕੱਢਦੇ ਨੇ ਉਹਨਾਂ ਵਿੱਚ ਇਹੀ ਪਰਿਭਾਸ਼ਾ ਹੈ। ਸਤਿਗੁਰੂ ਕਹਿੰਦੇ ਨੇ, ਨਿਰਧਨ ਕੋ ਤੁਮ ਦੇਵੋ ਧਨਾ। ਜਿਹੜੇ ਖਾਲੀ ਨੇ ਨਾ ਨਾਮ ਤੋਂ, ਜਿਹੜੇ ਰੱਬ ਦੇ ਗੁਣਾਂ ਤੋਂ ਖਾਲੀ ਨੇ, ਉਹਨਾਂ ਨੂੰ ਤੂੰ ਧਨ ਦਿੰਦਾ ਹੈ। ਔਰ ਉਹ ਨਾਮ ਧਨ ਦੇ ਕੇ, ਰੱਬੀ ਗੁਣ ਦੇ ਕੇ ਕਰਦਾ ਕੀ ਹੈ? ਅਨਕ ਪਾਪ ਜਾਹੇ ਨਿਰਮਲ ਮਨਾ। ਉਹਨਾਂ ਦੇ ਮਨ ਵਿੱਚ ਨਿਰਮਲਤਾ ਆਉਂਦੀ ਹੈ, ਦਇਆ ਆਉਂਦੀ ਹੈ, ਉਹ ਦਇਆਵਾਨ ਹੁੰਦੇ ਨੇ।
ਉਹਨਾਂ ਨੂੰ ਆਪਣੇ ਆਪ, ਆਪਣੇ ਪਰਿਵਾਰ, ਆਪਣੇ ਸ਼ੁਰੂਆਤ ਆਪਣੇ ਤੋਂ ਕਰਦਾ ਹੈ। ਅਸੀਂ ਆਪਣੇ ਤੇ ਜ਼ੁਲਮ ਕਰ ਰਹੇ ਹਾਂ। ਅਸੀਂ 8 ਘੰਟੇ 10 ਘੰਟੇ ਕਮਾਣਾ ਸੀ, ਉਸ ਤੋਂ ਬਾਅਦ ਵੀ ਅਸੀਂ ਕਮਾਈ ਜਾ ਰਹੇ ਹਾਂ, ਸਾਡੀ ਭੁੱਖ ਨਹੀਂ ਮਿਟ ਰਹੀ। ਸਤਿਗੁਰੂ ਜੀ ਤੁਹਾਨੂੰ ਦੱਸ ਰਹੇ ਨੇ ਭੈਰੋ ਰਾਗ ਵਿੱਚ ਹੀ ਅਗਲੀਆਂ ਬਾਣੀਆਂ, ਤੁਸੀਂ ਭੈਰੋ ਰਾਗ ਨੂੰ ਪੜੋ। ਪੰਚਮ ਪਾਤਸ਼ਾਹ ਕੀ ਕਹਿੰਦੇ ਨੇ? ਸੁਖ ਨਾਹੀ ਬਹੁਤਾ ਧਨ ਖਾਟੇ, ਸੁਖ ਨਾਹੀ ਪੇਖੇ ਨਿਪਨਾਟੇ। ਸਾਡੇ ਆਨੰਦ ਕਾਰਜਾਂ 'ਚ ਕੀ ਹੋ ਰਿਹਾ? ਸਾਡੇ ਮ੍ਰਿਤਕ ਸੰਸਕਾਰਾਂ ਵਿੱਚ ਕੀ ਹੋ ਰਿਹਾ? ਸਾਡੇ ਜਨਮ ਦਿਨਾਂ ਵਿੱਚ ਕੀ ਹੋ ਰਿਹਾ? ਕਿੱਥੇ ਗੁਰੂ ਹੈ? ਕਿੱਥੇ ਗੁਰੂ ਦੀ ਗੱਲ ਹੈ? ਵਾਸਤਾ ਹੈ ਗੁਰੂ ਤੋਂ ਬਿਨਾਂ ਨਹੀਂ ਅੱਗੇ ਵੱਧ ਪਾਵਾਂਗੇ। ਇਹਨਾਂ ਗੱਲਾਂ ਤੇ ਧਿਆਨ ਦਿਓ। ਸਗਲ ਮਨੋਰਥ ਪੂਰਨ ਕਾਮ, ਸਾਰੇ ਮਨੋਰਥ ਪੂਰਨ ਕਰਨਾ ਚਾਹੁੰਦੇ ਆ, ਕੌਮ ਨੂੰ ਅੱਗੇ ਵਧਾਉਣਾ ਚਾਹੁੰਦੇ ਆ, ਤੇ ਕੌਮ ਵਾਸਤੇ ਦਰਦ ਹੀ ਨਹੀਂ ਹੈ। ਗੁਰੂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ, ਉਹ ਵੀ ਦਿਖਾਵੇ ਦੇ ਨਾਲ, ਰੋਡਾਂ ਤੇ ਲੰਗਰ ਲਗਾ ਕੇ। ਮੈਂ ਨਹੀਂ ਕਹਿ ਰਿਹਾ ਲੰਗਰ ਨਹੀਂ ਲਗਾਓ, ਮੈਂ ਇਹ ਕਹਿ ਰਿਹਾ ਤੁਹਾਡੇ ਲੰਗਰ ਦਾ ਸਿਸਟਮ ਗੁਰੂ ਨਾਨਕ ਨੇ ਜੋ ਰੱਖਿਆ ਸੀ, ਸਤ ਸੰਗਤ ਵਾਸਤੇ ਲੰਗਰ ਸੀ ਤੇ ਲੋੜਵੰਦਾਂ ਵਾਸਤੇ ਲੰਗਰ ਸੀ। ਮੈਂ ਦਿੱਲੀ ਦੇ ਅੰਦਰ ਨਗਰ ਕੀਰਤਨ ਹੀ ਦੇਖਦਾ, ਟਰੱਕਾਂ ਦੇ ਟਰੱਕ ਸੇਬ ਲੱਗ ਜਾਂਦੇ, ਟਰੱਕਾਂ ਦੇ ਟਰੱਕ ਕੇਲੇ ਲਾ ਦੇਣੇ, ਵੰਡੀ ਜਾ ਰਹੇ ਨੇ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿਉਂ ਵੰਡ ਰਹੇ। ਸਾਨੂੰ ਸਮਝਣਾ ਪਏਗਾ। ਭਗਤ ਆਪਣੇ ਕੋ ਦੇਵੋ ਕਾ ਨਾਮ, ਸਤਿਗੁਰੂ ਆਪਣੇ ਭਗਤ ਨੂੰ ਨਾਮ ਦਿੰਦਾ। ਇਹ ਤਰਲਾ ਕਰ ਰਹੇ ਗੁਰੂ ਨਾਨਕ ਸਾਹਿਬ ਕਿ ਮੇਰੇ ਸਿੱਖ ਨੂੰ ਨਾਮ ਦਿਓ। ਸਤਿਗੁਰੂ ਸਿੱਖ ਕੋ ਨਾਮ ਧਨ ਦੇ। ਮੰਗਣ ਵਾਸਤੇ ਸਾਨੂੰ ਸੋਚਣਾ ਪਏਗਾ ਗੁਰੂ ਕਿਸ ਤਰ੍ਹਾਂ ਮੰਗਣ ਵਾਸਤੇ ਤਰਲਾ ਕਰਨ ਨੂੰ ਕਹਿੰਦਾ ਹੈ। ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਮੰਗ ਕੀ ਰਿਹਾ? ਜਿਸ ਦੇਹ ਦੀ ਅਰੋਗਤਾ ਮੰਗ ਰਿਹਾ, ਮੈਂ ਮੰਨਣਾ ਕਿ ਦੇਹ ਅਰੋਗਤਾ ਦੇ ਨਾਲ ਹੀ ਭਗਤੀ ਹੋਣੀ ਹੈ, ਲੇਕਿਨ ਦੇਹ ਨੂੰ ਖਰਾਬ ਕਿਹਨੇ ਕੀਤਾ ਹੈ? ਦੇਹ ਤੇ ਤੰਦਰੁਸਤੀ, ਸਤਿਗੁਰੂ ਨੇ ਬੱਚਾ ਦਿੱਤਾ, ਤੰਦਰੁਸਤ ਦਿੱਤਾ, ਮਾਂ ਨੇ ਦੁੱਧ ਪਿਲਾਇਆ, ਵੱਡਾ ਕੀਤਾ। ਮੇਰੇ ਵਰਗੇ ਨੇ ਨਸ਼ਾ ਲਾਤਾ ਉਹਨੂੰ, ਪਿਓ ਨੇ ਘਰ ਵਿੱਚ ਗਲਾਸੀ ਲਾਤੀ, ਉਹਨੂੰ ਵੀ ਘੁੱਟ ਭਰਾਤਾ। ਪਹਿਲੇ ਸ਼ਰਾਬ ਦਾ ਨਸ਼ਾ ਲਾਇਆ, ਫਿਰ ਫੀਮ ਦਾ ਲਾਇਆ, ਫਿਰ ਭੁੱਕੀ ਦਾ ਲਾਇਆ, ਫਿਰ ਹੁਣ ਚਿੱਟਾ ਲਾਤਾ। ਹੌਲੀ ਹੌਲੀ ਸਾਨੂੰ ਬਰਬਾਦ ਕਰਨ ਵਾਸਤੇ ਸਾਡਾ ਦੁਸ਼ਮਣ ਸਾਡੇ ਅੰਦਰ ਬੈਠਾ ਹੈ। ਤੇ ਇਹ ਮਾਨਸਿਕ ਰੋਗ ਨੂੰ ਸਤਿਗੁਰੂ ਤੋਂ ਪਹਿਲਾਂ ਠੀਕ ਕਰਾਓ। ਸਟੱਡੀ ਕਰੋ, ਕਰਨ ਕੀ ਜਾ ਰਹੇ ਹੋ। ਧਨ ਆ ਗਿਆ, ਇਸ ਨੂੰ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਪੰਜਾਬ ਨੇ ਬਹੁਤ ਧਨ ਖਾਦ ਪਾ ਪਾ ਕੇ ਅਨਾਜ ਬਹੁਤ ਪੈਦਾ ਕੀਤਾ, ਭਾਰਤ ਸਾਰੇ ਨੂੰ ਛਕਾਤਾ। ਹੁਣ ਉਹੀ ਭਾਰਤ ਲੈ ਨਹੀਂ ਰਿਹਾ ਜਿਹਦੇ ਆਸੇ ਪੈਦਾ ਕੀਤਾ ਸੀ। ਸਾਡੀ ਜ਼ਮੀਨ ਕੈਂਸਰ ਵਾਲੀ ਹੋ ਗਈ, ਸਾਡਾ ਪਾਣੀ ਲੁੱਟ ਲਿੱਤਾ। ਇਹ ਸਾਡਾ ਦੋਸ਼ ਹੈ, ਕਿਸੇ ਹੋਰ ਦਾ ਦੋਸ਼ ਨਹੀਂ ਹੈ। ਅਸੀਂ ਕਹਿੰਦੇ RSS ਇਹ ਕਰਦੀ ਹੈ, ਫਲਾਣਾ, ਕੋਈ ਕੁਝ ਨਹੀਂ ਕਰ ਰਿਹਾ। ਮੈਂ ਅਲਰਟ ਨਹੀਂ ਹਾਂ। ਮੇਰੇ ਘਰ ਤੇ ਹੰਕਾਰ ਨੇ ਆਣਾ ਹੀ ਆਣਾ, ਮੇਰੇ ਘਰ ਤੇ ਕਾਮ ਕ੍ਰੋਧ ਨੇ ਅਟੈਕ ਕਰਨਾ ਹੀ ਕਰਨਾ। ਸਤਿਗੁਰੂ ਜੀ ਕਹਿ ਰਹੇ ਨੇ ਨਾ, ਇਹ ਡਾਕੂ ਨੇ, ਇਹ ਤੇ ਵੜ ਜਾਣਗੇ ਮਿੰਟਾਂ 'ਚ। ਇਹ ਵੜੇ ਪਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਮਨ ਸੋਇਆ ਮਾਇਆ ਵਿਸਮਾਰ, ਇਸ ਗ੍ਰਹਿ ਮੈਂ ਕੋਈ ਜਾ। ਰੱਬ ਜੀ ਕਿਧਰੇ ਨਹੀਂ ਗਏ। ਪੰਥ ਨੂੰ ਕੋਈ ਨੁਕਸਾਨ ਨਹੀਂ। ਪੰਥ ਦੇ ਅਸੂਲ ਪਵਿੱਤਰ ਨੇ, ਪੰਥ ਦੀ ਪਰੰਪਰਾ ਪਵਿੱਤਰ ਹੈ। ਅਸੀਂ ਛੱਡੀ ਹੈ, ਅਸੀਂ ਗੁਰੂ ਦੀ ਉਂਗਲ ਛੱਡੀ ਹੈ। ਰੋਗੀ ਕਾ ਪ੍ਰਭ ਖੰਡੋ ਰੋਗ। ਹੈ ਪਿਆਰੇ ਸਤਿਗੁਰੂ ਜੀ, ਮੇਰੇ ਅੰਦਰ ਦੇ ਹੰਕਾਰ ਦਾ ਰੋਗ ਖੰਡ ਦਿਓ, ਖਤਮ ਕਰ ਦਿਓ, ਖੰਡ ਖੰਡ ਕਰ ਦਿਓ, ਟੁਕੜੇ ਟੁਕੜੇ ਕਰਕੇ ਛੱਡ ਦਿਓ, ਮੁੜ ਕੇ ਨਾ ਆਵੇ। ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸੋਗ ਕਿਹਨੂੰ ਕਹਿੰਦੇ? ਮੌਤ ਦੇ ਡਰ। ਮੇਰੇ ਅੰਦਰੋਂ ਮੌਤ ਦਾ ਡਰ ਮੁਕਾ ਦਿਓ ਮੇਰੇ ਸਤਿਗੁਰੂ ਜੀ। ਮੈਨੂੰ ਮੌਤ ਦਾ ਡਰ ਲੱਗਦਾ, ਮੈਨੂੰ ਮਾਨ ਦੀ ਮੌਤ ਦਾ ਡਰ, ਮੇਰੀ ਇੱਜ਼ਤ ਜਾਣ ਦੇ ਮੌਤ ਦਾ ਡਰ ਲੱਗਦਾ, ਮੇਰੇ ਧਨ ਜਾਣ ਦਾ ਡਰ ਲੱਗਦਾ,
मेरे ਧੀਆਂ पुत्र दे मौत का डर लगता है, मैनू अपनी मौत का डर लगता है, मेरे मकान चले जाने का मौत का डर लगता है। मेरे अंदर ऐसी बख्शिश करो कि मैनू समझ विच आवे, समझ विच आवे। सुख नाही बहुता तन खाटे, ये भी सुख नहीं कि वड्डी लंबी उम्र है। साहिबजादा फतेह सिंह जी की लंबी उम्र नहीं है। अज इतिहास विचों संसार विचों साहिबजादा फतेह सिंह, साहिबजादा जोरावर सिंह, साहिबजादा जुझार सिंह, साहिबजादा अजीत सिंह, मैं थल्लों जी ना लै रहा क्योंकि पता लगे कितनी छोटी उम्र तो ये शख्सियतां जिहड़ियां ने साडे अंदर संसार की जोत की, संसार के सूरज का दीवा बलण तक रहेगा। साडा दीवा कित्थे रहेगा? साडे भरा कित्थे ने? साडा पिता सानू आवाज मारदा है। मेरी माता साहब कौर तकदी है मेरे गुरु गोबिंद सिंह पातशाह नू, माता सुंदर कौर तकदी है, माता गुजर कौर तक रही है सानू। जद डिमांड हो रही है कि 4 लाल कित्थे ने गोदड़ी दे, मेरा सतगुरु जी बड़े फकर नाल कह रहा मेरे वाल देख के, इन पुत्रन के शीस पे वार दिए सुत चार। गुरु हरकिशन साहब पातशाह मुगल सल्तनत नू चैलेंज कर रहे हैं। ਜਿਹੜੇ 2 चबच्चे उत्थे देखते हो, ये सिंपल नहीं ने। वो सिक्खी दे इन्नी लाइन लग गई कि दिल्ली सारी सिख बनने को तैयार हो गई, मुसलमान की, हिंदू की, सबनों पता लग गया कि सानू बचाने वाला गुरु नानक दा घर है, मुगल राजा नहीं है, हिंदू राजा नहीं है। हालांकि उत्थे राजा जय सिंह की कोठी है, राजा राम सिंह की कोठी है, हिंदू राजे की कोठी है। गल श्रद्धालु होने की नहीं है, गल प्रेम विच बुलाण दी भी नहीं है, गल लोकां नूं कित्थे भरोसा है, साडा भरोसा उत्थे टिकिया है कि नहीं टिकिया है। गल इस बारीक नज़र दे उपर है। मेरे सतगुरु जी कहते हैं, दुखिए का मिटाओ प्रभ सूग, मेरा डर मुकाओ, निथावे को तुम थान बिठाओ। मैं थां ही भुल गया अपनी, मैं घर ही भुल गया अपना। मेरा घर धन कमाना बहुता नहीं सी, मेरा घर संसार विच बहुत ज़्यादा इज्जत कमाना नहीं सी, गुरु दे नाम की गल सी, गुरु की महिमा की गल सी। छतर गुरु दे उपर चलना सी। चवर तख्त दे मालक गुरु ग्रंथ साहब दे सन। असी बंदे नूं बना के रखता, असी अपने आप नूं बना के। जद तक साडे अंदर साडी वखरी हस्ती बनी रहेगी, सानू गुरु की गल सुनी नहीं जाएगी। अपने आप नूं मिटाना पेगा, अपनी हस्ती मुकानी पैगी। तां निथावे नूं थां मेरा सतगुरु दे दिंदा है, क्योंकि मैं थां छड़ दिती, गुरु नानक दा दर छड़ दिता। दास अपने को भगती लाओ, करो की सतगुरु जी, मैनू अपने शरण विच ला के अपनी भगती लाओ, पाओ गुण दिओ, गुण वंडा, गुण धारण करा ते गुण वंडा। भगती दा मकसद समझो, भगती दा मकसद सिर्फ कला नाम जपना नहीं है, उहदे कई परिभाषावां ने। आप सतगुरु दी बाणी जपजी साहब पढ़ के देखो, पढ़ के देखो सतगुरु जी की कहते हैं, सारे गुण तुहाडे विच ने, सानू गुण बख्शो, ते भगती गुणा विच है। सब गुण तेरे मैं ना ही कोई, बिन गुण कीते भगत ना हो। फिर भगती किस तरह असी समझ लिया कि कमरे च बंद होके अंधेरा करके आलती पालती मार के ऊपर कंबल पा के फिर भगती होएगी। जद तक मेरिया अखां खुलियां रहिंदियां ने, मैनू गुरबाणी चेते रहिंदी है। जिस टाइम मैं अखां बंद करदा गुरबाणी भुल जाती है, क्योंकि मन विच होर कुछ चलण लग पैंदा, मन वेला हो जाता। क्योंकि अखां खुलियां रहिंदियां ने, मैनू सारियां विच रब दिखदा, मेरे सारे प्यारे ने। ते मेरे सतगुरु जी कहते ने, इस सबे घटराम बोले की परिभाषा नू समझो, निमाणे को प्रभ देते मान, निमाणिया नू मान दिंदा। आ सतगुरु ने छज्जू नू कहता, हुण पंडित वास्ते तो वह निकम्मा ही सी। सतगुरु निकम्मिया नू काम वाला बना दिंदा। हुण उहदी परिभाषा कुछ वखरी है, कुछ इतिहास का पक्ष नवा है, वो देखण वाला है।
मैं उस बहस विच नहीं जाना चाहता। मूड़ मुगद होए चतर सुग्यान, जिहड़े बड़े मूर्ख सन, जिन्हों पंडित जी मूर्ख समझ रहे सन, उसते मेरे सतगुरु की मेहर की भावें छड़ी रखती, भावें हथ रखता, मेरे सतगुरु ने कुछ भी रख दिता, तारता। हुण तोते वकण बोलदा, तोते वकण बोलदा। भावें सारे वेदां नूं पढ़ा लो, सारे गीता पढ़ा लो, जो मर्जी पढ़ा लो, कुरान पढ़ा लो, बाइबल पढ़ा लो, क्योंकि जीवन दिता है गुरु नानक ने। मूर्ख और मुगध जिहड़े हैं, इन्हां दे विच भी जान पा दिंदा है गुरबाणी दा रस आ जाए। सगल भयान का भौ नसै, भयानक तू भयानक डर नस जाता। सब तो भयानक डर जान दो किसका? मौत का। हाय मैं मर ना जा, मेरी लंबी उम्र हो जाए। एक बहुत बड़ा कलाकार संसार का, जिहदे कोल करोड़ां अरबां खरबां डॉलर सन, उन्हें अपने आले दुआले 30 डॉक्टर रखे सन, वख-वख चैप्टर दे, और 150 साल की उम्र वास्ते वो जीना चाहता सी। काला सी, उन्हें गोरे होने वास्ते अपनी स्किन ही चेंज करा ली सी, ट्रांसप्लांट करा ली सी। सब कुछ होंदियां होया 50 साल की उम्र ही चढ़ाई कर गया। सारे डॉक्टर होंदे हैं, सारी दुनिया के डॉक्टर होंदे हैं। सोच के देखना, साडा धन जे गुरु नानक पातशाह की वडियाई विच, गुरु नानक पातशाह के कारज विच, अपनी कौम के काम विच ना आया, जिन्ना मर्जी कमा लो। हुण रुक जाओ, हुण समा आ गया रुकण दा। जन अपने कै हर मन बसै, अपने सेवक दे मन विच रब वसा, दया आ जाए। अपने सेवक दे मन विच रब दिखा दे, प्रकाशमान कर दे। दिखाना का मतलब है प्रकाशमान कर दे। वसिया होया घट घट च रब वसिया होया, इसकी समझ गुरबाणी तो ही आ सकती है, गुरु तो आ सकती है। पार ब्रह्म प्रभ सुख निधान, परमात्मा तो बिना सुख किधरे भी नहीं है, सुख नहीं है किधरे भी। दौड़ ला लो, सारियां दौड़ा देखिए, सिकंदर वर्गे बादशाह भी देखे इस धरती ने, औरंगजेब वर्गे बादशाह भी देखे, राजपुताने वर्गे बादशाह भी देखे, पृथ्वीराज चौहान वर्गे बादशाह देखे, जिहड़े अपने हिंदू राजियां नूं कट कट के मारदा सी। ते ये कहंदे ने बहुत बड़ा साडा हिंदू राजा सी। किसी भी राजे ने जुल्म करन तो घट नहीं कीता। जिहदे अंदर सिर्फ जिहदे हाथ विच सिर्फ तलवार सी, उसने जुल्म कीता। जिहदे अंदर हाथ विच कृपान सी, उसने परोपकार कीता। किरपा प्लस आन। पार ब्रह्म जी तुसी साडे ते किरपा करो, प्रभु जी सानू सुख निधान, सुख दा खजाना, अपने गुण अपना नाम बख्शो। वो की है सुख दा खजाना? तत् ज्ञान हर अमृत नाम। कला नाम नहीं, तत् ज्ञान भी चाहिए, गुरु का ज्ञान चाहिए, गुरु का उपदेश चाहिए, किसी होर दा नहीं। साडा रिमोट कंट्रोल मन का गुरबाणी दे रिमोट कंट्रोल नाल चलना चाहिए। ये नहीं कि जिहड़ा मर्जी आया, बाबा जी अच्छा तुहाडे घर दुख आ गया, अच्छा जी ये जल पी लो ठीक हो जाएगा, आ फलाना कर दो ठीक हो जाएगा। नहीं, मैनू पता है जो भी होएगा सो ठीक होएगा। मैनू पता है दुख नाही सब सुख ही है रे, एक ही एक के नेते, बुरा नहीं सब भला ही है रे, हार नहीं सब जीते। मैनू मनुखा जीवन मिलया है, मैनू सतगुरु ने दसिया है, भाई प्राप्त मानुख दे हरिया, गोबिंद मिलन की ये तेरी बरिया, अवर काज तेरे किते न काम, मिल साध संगत पज केवल ना, कर कृपा संत टहले लाए। सतगुरु जी मैनू अपने सतसंगत, इत्थे बहुवचन ही शांत है, एक वचन ही नहीं है। जिन्हों के मोबाइल साइलेंट नहीं, कृपा करो साइलेंट कर लो। गुरु दरबार ही चाहते हो मोबाइल बाहरों साइलेंट करके आया करो। टुटे हुए जज के कोल जाते हैं ना, एक SP कोल किसी अफसर को जाने हो तो बाहर रखा लेंगे ने, इत्थे तो फिर लियाण की इजाजत है, साइलेंट करके आओ, शर्म करो कुछ। अरदास विच बोल पैंदा, कथा विच बोल पैंदा, कीर्तन विच बोल पैंदा, सानू पता ही नहीं होंदा की कर रहे। माफ़ी मांग के मैं थोड़ा सख्त बोलना ही पैंदा, दवा नूं देना है तो थोड़ी कोड़ी देनी पैंदी है, क्षमा करो। हर कृपा संत टहले लाए,
मैनू सत्संगत विच बैठण दा ये सुभाग समा बख्शो, किरपा करो, रहमत करो, नानक साधु संग समाए। ये मेरे सतगुरु जी, ये मेरे रहमान दे साईं, सानू किरपा करके बख्श दिओ। समा हो गया है, थोड़ा समा बद लिया क्योंकि समा मेरा सैकटरी साहब 4-5 मिनट खा जाते हैं, वो मैं जरूर वधा लेना, माफ़ी मांग के। बाणी पढ़द्या विचार पेश करद्या अनेकां भुलां हो गई होणगीਆਂ, जान जान के खिमा करनी, सतगुरु अगे अरदास करनी, बाणी पढ़न दा बल बख्शिया। मैं आप जी नूं बेनती कीती है, मेरे मकसद गुरबाणी दी कथा करन दा, आप तक गुरबाणी दा सच्चा ज्ञान पहुँचाना अते तुहाडी दित्ती हुई ये माया गुरु नानक दे मिशन ते लगाना। आप जिन्ना सहयोग कर सकते हो, अगला एतवार एक अखीरला एतवार है, आप सारे सहयोग देने की कृपालता करनी। भुलां नूं बख्श के गज के फतेह प्रवान करो जी। वाहिगुरु जी का खालसा, वाहिगुरु जी की फतेह। तुमरी शरण तुम्हारी आसा, तुम ही सज्जन सुहेले, राखो राखनहार दयाला, नानक करके गोले। धन धन साहिब गुरु ग्रंथ साहिब जी पावन दरबार दी हाजिरियां भर के बख्शां लहरी परम सत्कारयोग साध संगत जीओ, वाहिगुरु जी का खालसा, वाहिगुरु जी की फतेह। मैं जान के रुकदा हुन्ना, गुस्सा ना करना किसी ने। आपां ते वाहिगुरू का नाम लैन लगे भी सोचते भी सोच लै लीए कि ना ले लीए। मैं भी नाल तुहाडे शामल, मैं भी जान के इस करके पास किया कि मैं अगे वाहिगुरू का नाम लैंदा कि नहीं लैना। करियो किरपा सारे जने, 2 बारी वाहिगुरू का नाम आउंदा इहदे विच। वाहिगुरू जी का खालसा, वाहिगुरू जी की फतेह। धन्नवाद जी। हुणे आप जी नूं कथा श्रवण कराई है भाई साहब भाई वरिंदरपाल सिंह जी ने, जिन्होंने राही बाणी की कथा इस गुरु घर कुछ समय तो शुरू की है, तो साढ़े पास अगले हफ्ते तक हैं। सो उन्होंने हार्दिक हार्दिक धन्यवाद जी। हुण सूचनावां ते नाल कुछ बेनतियां। पहली सूचना मैं जान के दे रहा, जी सब तो आखिरी चाहिए सी, वो है जी सितंबर 4 नूं गुरु घर ਸਾਹਿਬ ਦੇ नगर कीर्तन होने जा रहा जी। परमिट लगभग फाइनल स्टेज दे विच हैगा। कंडीशनस असीं मीट करतियां है सारियां उन्हां दियां, पर बाहर लंगर नहीं छकाया जा सकेगा तो ना बाहर बनाया जा सकेगा, पहला ही दस देवां। सो जापदा है कि बॉटल्ड वाटर या बॉटल्ड जूस जिहड़ा वो दिता जा सकूगा, होर नहीं। बाहर नगर कीर्तन वेले जी सेवा करनी है, वो जरूर जी सदके करो, बॉटल्ड वाटर की या बॉटल्ड जूस की। अगे चलिए हुण सूचनावां इस महीने दियां। तो परसों तो आपां मनाया सी प्रकाश दिहाड़ा धन धन गुरु हरकृष्ण साहब जी का, 8वें पातशाह जी का। तो 31 जुलाई नूं आ रहा जी शहीदी दिहाड़ा भाई साहब भाई ऊधम सिंह जी का। अगे चलिए अगस्त 17 नूं संगरांद हैगी। 28 अगस्त नूं प्रकाश दिहाड़ा आ रहा जी किस दा, जिस नूं आपां की कहने जी बाणी गुरु गुरु है बाणी विच बाणी अमृतसारे, गुरबाणी कह सेक जन माने, प्रतख गुरु निस्तारे। भाव धन धन गुरु ग्रंथ साहब जी का। I'm sorry. Can you give me time, please? Thank you. प्रकाश दिहाड़ा पहला प्रकाश धन धन गुरु ग्रंथ साहब जी का आ रहा जी 28 अगस्त नूं। उस दे संबंध विच बड़ा भरपूर प्रोग्राम गुरु बख्श द्वारा हो रहा, जिस दे विच आ रहे ने भाई साहब भाई हरजिंदर सिंह जी श्रीनगर वाले। 4 दिन का उन्होंने समा सानूं दिता है कीर्तन की सेवा करने लई। वो है जी 25, 26, 27, 28 अगस्त। सो आप जी ने चेता रखना, उस दिन के दिन तक वो इत्थे साडे कोल होणगे। संगतां नूं बेनती है शाम के दीवान अंदर उन्होंने समा होया करेगा 7:30 तो 8:30। एतवार नूं उन्होंने दीवान का समा आप जी नूं बाद च दसता जाएगा जी। 30 अगस्त नूं 2 विशेष इतिहासिक दिन ने इको दिन आ गए। किहड़े किहड़े? ज्योति जोत समाउण दा है जी दिहाड़ा धन धन गुरु रामदास जी महाराज चौथी पातशाह जी का। तो उस दिन ही संपूर्णता भी हुई सी धन धन गुरु ग्रंथ साहब जी की। पहले प्रकाश वेले संपूर्णता नहीं सी हाले, ये भी दस दिया मैं पहला ही। उस तो बाद होर बाणी ऐड की गई सी, जमा होर दर्ज की गई सी। सो जो 10वें पिता जी ने 10वें पातशाह जी ने करवाई सी बाद तो हुण आ गई बेनतियाँ।
दो तीन ने जी। एक तो लंगर वो छकन कुर्सियां ते बैठ के आ देखो हथ जोड़ के, हाँ जी, जिन्होंने हैंडीकैप की को है गल, वो हैगे हैंडीकैप सच्ची मुच्ची। बाकी दे जिहड़े बड़े सोहने राजी बाजी गुरु कोल वो बख्श लैन, राजी बाजी रहन दी, थले बैठ के लंगर छकन। फिर हो आ देखो हथ जोड़े मैं, कोई इस दे विच मैं किसी नूं जबरदस्ती नहीं कह रहा, किसी के खिलाफ नहीं कह रहा, मैं तो मर्यादा की गल करदा जी। वो तो सिर्फ जिन्होंने सच्ची मुच्ची ही तकलीफ है वो बैठन उत्थे उन्हां कुर्सियां ते। फिर बेनती करदिआं राजी बाजी रहो ते थल्ले बह के लंगर छको, गुरु दीआं बख्शिशां लाओ। ये मर्यादा है पंगत दे विच बैठ के लंगर छकण दी। नाल इस दे प्लीज सिट डाउन ओनली ऑन द हैंडीकैप चेयर्स इन द लंगर हॉल if you have really a problem, physical problem. Otherwise you get the blessing of God, of Vaheguru, by sitting on the floor and eating the langar, Guru ka langar, langar of God, blessed by Vaheguru, blessed by God. Langar is equally blessed as other things in the main congregation hall, equally blessed. Guru Sahib said, first Pangat, then Sangat, means you get and sit down on the floor, eat langar, then come to the congregation side. That's what the order of the Guru is. पंजाबी च मैं दसता सी, इंग्लिश जान के मैनू दसन का चेता भुल गया। धन्यवाद धालीवाल साहब जी का जिन्होंने दसी गल। अगे चलिए हम ये होर भी बेनती है लंगर दे नाल उन्ना लंगर लईए जिन्ना आपां छक के थाली बेली कर देनी। भाई थाली च भरी आपां तां नहीं सी लई जी, जदों चक्की सी पहलां उदों तां खाली सी ओह, ते फिर उदां दी अगे जानी चाहिदी है। वो खाली करके आपां नूं करियो कृपा। गुरु के लंगर की मर्यादा की है? यू टेक वट एवर यू कैन फिनिश ईटिंग, नॉट टेक एक्स्ट्रा टू थ्रो इन द गार्बेज। दैट्स टोटली नॉट एक्सेप्टेबल टू द गॉड, टू वाहिगुरु। Seventh person in the whole of the world sleeps without food, means sleeps hungry at night. Why? Because we throw lot of food in the garbage. Please stop that. किरपा करके उन्ना लंगर लाओ जिन्ना छकना, ते बाकी दा उस प्लेस दे विच नहीं रहना चाहिदा। ये मर्यादा है। ते एक होर बेनती लंगर दी कि उत्थे लंगर छक लिया, हुण आपां निकलीए बाहर उत्तों, बाकियां दी थां करिए। ये भी सेवा है तुहाडी। क्यों मीटिंग करनी बाहर करके होके कर लो, कोई नहीं रोकदा तुहानूं, जिथे मर्जी करो, पर लंगर च ना करिए आपां मीटिंग। भाई उन्हां लई ओह तुहाडी सेवा गुरु ने वो भी प्रवान करनी है। लंगर छको ते नाल ही नाल फटाफट बाहर, ताकि बाकियां दी थां हो जाए। ये तीन बेनतियां लंगर दियां सीगियां जी। होर मैं हुण बाकी सूचनावां नहीं देनियां, समय नूं मुख रखदा होया मैं बेनती करां, साडे पास बाबा अमरीक सिंह जी भैणी जी आए ने, उन्हां दा समां होएगा जी 1 वजे तक कीर्तन दा। मैं उन्हां पासों खेमा चाहुंदा, मैं नहीं आ सकिया ड्यूरिंग द वीक हफ्ते च, क्योंकि परिवारिक तौर पर मैं नहीं आ सकदा। हुण भी गांह भी हाले जद तक गुरु की बख्श नहीं हुंदी, बख्श तो बिना ये नहीं कर सकदा मैं कुछ भी। तो खेमा चाहुंदा संगत पासों भी, तो कीर्तनी जथियां पासों भी, तो बाबा जी पासों भी, जेड़े भी आके करते हैं मेरी वो गैर हाजिरी मुआफ़ कर दिया करन। बहुत बहुत धन्यवाद आप सब जी का। आओ हुण बाणी नाल जुड़िए जी। वाहिगुरू जी का खालसा, वाहिगुरू जी की फतेह। सारे जपिए जी। एक ओंकार सतनाम करता पुरख निरभौ निर्वैर अकाल मूरत आजूनी सैभं गुर प्रसाद जप। आद सच जुगाद सच है भी सच, नानक होसी भी सच। सारे जपो वाहिगुरू 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 वाहिगुरू।
ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ। जैसे 68 तीर्थ परस किए, जुग चार चढ़ियो कहलास रहे, जैसे लाख वार कुरुक्षेत्र में असमेत जंग अपंग ठेहो। चार युग कोई ऋषि समाधि लावे कैलाश पर्वत ते, चार युग बड़िया लंबिया लंबिया आरजो इन्हां युगां दियां। 4,32,000 कलयुग की उम्र है, 4,32,000। फिर 8,64,000 त्रेते की उम्र है। फिर इनू रिजर्व करते जाओ किन्नियां लंबिया लंबिया उम्र। जैसे 68 तीर्थ परस किए, 68 तीर्थों से जाके पुण्य दान करे, कोई जप तप करे। जुग चार चढ़ियो कैलाश रहे हो, चार युग जानी समाधि लावे कैलाश पर्वत को ऋषि। जैसे लाख वार कुरुक्षेत्र में, लखा वार जाके कुरुक्षेत्र ते असमेत जग करे। जिमें राजे महाराजे पुरातन करते सन, असमेत जग, गऊ मेद जग, हाथी मेद जग, गैंडा मेद इतिहास, बहुत बड़े बड़े जग करते सन राजे महाराजे। हुण असी एडे बड़े बड़े जग किवें कर सकते हैं? ना साडे कोल इन्नी पहुँच है, ना समय साडे कोल, ना असी इन्ना रुपया खर्च कर सकते हैं। राजे महाराजे करते सन। लखा वार जाके, एक बारी नहीं, लखा वार असमेत जग अपंग ठेहो। जैसे कोट जन्म तप उर्दमुखी, करोड़ा जन्म, एक जन्म नहीं करोड़ा जन्म पुट्ठा लमके तप करे। उत्ते अपने लत्तां बन के पैर सिर थल्ले नूं, जिवें पुरातन ऋषि करते सन, पुट्ठे लमक के जल तारे करने, धूणे तापने, पुट्ठा लमके तप करना। पर गुरु जी, गुरु नानक पिता जियां ने इस मर्यादा नूं, महाराज जी कहंदे तूं ये शरीर नूं कष्ट देण दी लोड़ नहीं, शरीर नूं पीड़ा देण दी लोड़ नहीं, तूं उठत
ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੈ ਸਦਕਾ। ਕਿੰਨਾ ਸੁਖਾਲਾ। ਕਲਯੁਗ ਨਾਨਕ ਨਾਮ ਸੁਖਾਲਾ। ਨਾ ਤੇਰੇ ਕੋਲ ਉਨੀ ਉਮਰ ਹੈ, ਨਾ ਤੇਰਾ ਉਨਾ ਸਰੀਰ ਤਕੜਾ ਹੈ, ਨਾ ਤੇਰਾ ਸਰੀਰ ਝਾਲ ਚੱਲ ਸਕੇਗਾ। ਕਿਉਂਕਿ ਉਦੋਂ ਰਿਸ਼ੀਆਂ ਦੇ ਸਰੀਰ ਬੜੇ ਨਰੋਏ ਤੇ ਤਕੜੇ ਹੁੰਦੇ, ਖੁਰਾਕਾਂ ਬੜੀਆਂ ਤਕੜੀਆਂ ਹੁੰਦੀਆਂ ਸਨ। ਹੁਣ ਤੇ ਆਸਾਰ ਵਿਹਾਰ ਵਿੱਚ ਫਰਕ ਪੈ ਗਿਆ ਨਾ। ਉਦੋਂ ਉਮਰਾਂ ਵੀ ਬੜੀਆਂ ਲੰਮੀਆਂ ਲੰਮੀਆਂ ਹੁੰਦੀਆਂ ਸਨ, ਲੱਖਾਂ ਲੱਖਾਂ ਵਾਰੇ, ਹਜ਼ਾਰ ਵਾਰੇ। ਹੁਣ ਤੇ ਏਜ ਹੀ ਤਕਰੀਬਨ 80-90, ਜੇ ਤੰਦਰੁਸਤੀ ਰਹੇ ਸਤਿਗੁਰੂ ਮਿਹਰ ਕਰਨ 100 ਸਾਲ ਤੱਕ ਕੋਈ ਪਹੁੰਚਦਾ। ਵੇਖਦੇ ਆਪਾਂ ਕਿੰਨੀ ਔਸਤ ਘਟ ਗਈ ਹੈ ਉਮਰਾਂ ਦੀ, ਦਿਨ ਬ ਦਿਨ ਘਟਦਾ ਜਾ ਰਿਹਾ ਸਮਾਂ, ਪੋਲੂਸ਼ਨ ਇਤਨਾ ਵੱਧਦਾ ਜਾ ਰਿਹਾ ਹੈ। ਅੱਗੇ ਪ੍ਰਾਤਨ ਰਿਸ਼ੀ ਤਕੜੇ ਸਨ, ਨਰੋਏ ਸਨ, ਝਾਲ ਚੱਲਣ ਦੇ ਯੋਗ ਸਨ, ਪ੍ਰਾਣਾਯਾਮੀ ਸਨ। ਪੁੱਠੇ ਲਮਕੇ ਤਪ ਕਰਨਾ, ਜਲ ਧਾਰੇ ਕਰਨਾ, ਧੂਣੇ ਤਾਪਣਾ, 7 ਧੂਣੀਆਂ ਜੇਠ ਹਾੜ ਦੇ ਮਹੀਨੇ, ਜਿਵੇਂ ਇੱਥੇ ਗਰਮੀ ਪੈ ਰਹੀ ਹੈ। ਬੈਕਰ ਸਪੀਡ ਉੱਧਰ ਚਲੇ ਜਾਓ, ਫ੍ਰਿਜਨ ਵੱਲ ਤਾਂ ਜ਼ਿਆਦਾ ਹੀ ਹੈ, ਐਲੇ ਵੱਲ ਨੂੰ। ਇੱਧਰ ਤਾਂ ਫਿਰ ਵੀ ਠੰਡੀ ਹਵਾ ਚੱਲਦੀ ਹੈ ਸੁਬਾਹ ਸ਼ਾਮ, ਤੁਹਾਡੇ ਸਹਿਨੋਜੇ ਦੇ ਇਲਾਕੇ ਵਿੱਚ। ਇਤਨੀ ਤਪਸ਼ ਦੇ ਵਿੱਚ 7 ਧੂਣੀਆਂ ਲਾ ਕੇ ਅੱਗ ਵਾਲ ਕੇ ਵਿਚਾਲੇ ਬੈਠ ਜਾਣਾ। ਪਰ ਹਜ਼ੂਰ ਕਹਿੰਦੇ ਬਰਮੀ ਮਾਰੀ ਸੱਪ ਨਾ ਮੂਆ। ਬਰਮੀ ਕੁੱਟਿਆਂ ਸੱਪ ਨਹੀਂ ਮਰਦਾ ਹੁੰਦਾ। ਬਰਮੀ ਤੇ ਡੰਡੇ ਮਾਰੀ ਜਾਓ, ਸਾਰਾ ਦਿਨ ਮਾਰੀ ਜਾਓ, ਕਦੇ ਸੱਪ ਨਹੀਂ ਮਰੇਗਾ। ਸੱਪ ਉਦੋਂ ਮਰੇਗਾ ਜਦੋਂ ਡੰਡਾ ਉਹਦੀ ਸਿਰੀ ਤੇ ਪਏਗਾ। ਇਹ ਮਨ ਹੈ। ਸਰੀਰ ਨੂੰ ਕਸ਼ਟ ਦੇਣਾ ਬਰਮੀ ਕੁੱਟਣ ਵਾਲਾ ਹਿਸਾਬ ਹੈ। ਹਜ਼ੂਰ ਕਹਿੰਦੇ ਤੂੰ ਉਠਤ ਬੈਠਤ ਸੋਬਤ, ਕਹਿੰਦੇ ਉੱਠਦਾ ਬਹਿੰਦਾ ਵਾਹਿਗੁਰੂ ਦਾ ਭਜਨ ਕਰਿਆ ਕਰ। ਮਾਰਗ ਚਲਤ ਹਰੇ ਹਰ ਗਈ। ਕਹਿੰਦੇ ਮਾਰਗ ਤੇ ਜਾਂਦਾ ਵੀ ਸਟੈਪ ਬਾਏ ਸਟੈਪ, ਵਾਕ ਤੇ ਵੀ ਜਾਣਾ ਜਾਂ ਗੱਡੀ ਚਲਾਉਣਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰਦਾ ਚੱਲ, ਤਾਂ ਵੀ ਤੇਰਾ ਭਲਾ ਹੋ ਜੂ। ਕਹਿ ਦੋ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨੀ ਸੰਗਤ ਬੈਠੀ ਹੈ, ਆਵਾਜ਼ ਬੜੀ ਢਿੱਲੀ ਹੈ, ਕਹਿ ਦੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵਾਹਿਗੁਰੂ ਕਹਿਣ ਨਾਲ ਸਾਡੀਆਂ ਜਮਾਂ ਦੀਆਂ ਫਾਹੀਆਂ ਕੱਟੀਆਂ ਜਿਣੇ, ਜਿਸ ਵਾਹਿਗੁਰੂ ਕਹਿਣ ਨਾਲ ਸਾਡੇ ਦੁੱਖਾਂ ਦਲਿੱਦਰਾਂ ਦਾ ਨਾਸ ਹੋਣਾ, ਕਦੇ ਸੰਕੋਚ ਨਾ ਕਰੋ, ਗੱਜ ਕੇ ਆਖਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ।